ਸੋ ਜੋ ਵੀ ਇਹ ਬੋਲ ਰਹੇ ਨੇ, ਠੀਕ ਹੈ, ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਬਹੁਤ ਪੀਸਫੁਲੀ ਇਸ ਪ੍ਰੋਟੈਸਟ ਨੂੰ ਅੱਗੇ ਵਧਾ ਰਹੇ ਨੇ, ਬਹੁਤ ਪੀਸਫੁਲੀ ਇਹ ਚੀਜ਼ ਮਨਵਾਉਣ ਦੀ ਕੋਸ਼ਿਸ਼ ਕਰ ਰਹੇ, ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਜੋ ਵਿੱਚ ਤਿਤਲੀਆਂ ਆ ਰਹੀਆਂ ਨੇ ਨਾ, ਵਿੱਚੋਂ ਨਿਕਲ ਕੇ ਜੋ ਕੁਝ ਵੀ ਬੋਲ ਰਹੀਆਂ ਨੇ, ਉਹ ਜਾਣ-ਬੂਝ ਕੇ ਐਸੇ ਸੈਂਸਿਟਿਵ ਵਰਡਸ ਦਾ ਇਸਤੇਮਾਲ ਕਰ ਰਹੀਆਂ ਨੇ ਜਿਹਦੇ ਨਾਲ ਉਹਨਾਂ ਨੂੰ ਇਹ ਆਮ ਲੋਕਾਂ ਨੂੰ ਭੜਕਾ ਰਹੇ ਨੇ, ਆਮ ਲੋਕਾਂ ਨੂੰ ਪ੍ਰੋਵੋਕ ਕਰ ਰਹੇ ਨੇ, ਪੋਕ ਕਰ ਰਹੀਆਂ ਨੇ, ਤਾਂ ਕਿ ਕੋਈ ਭੜਕ ਕੇ ਜਾਂ ਕੋਈ ਐਸੀ ਗੱਲ ਕਰਕੇ ਇੱਕੋ ਦਮ ਹੀ ਮੁੱਦਾ ਕ੍ਰੀਏਟ ਹੋਵੇ ਔਰ ਸਰਕਾਰ ਨੂੰ ਮੌਕਾ ਮਿਲੇ ਸਾਡੇ ਖਿਲਾਫ ਕੋਈ ਐਕਸ਼ਨ ਲੈਣ ਦਾ ਜਾਂ ਕੁਝ ਵੀ ਗਲਤ ਕਰਨ ਦਾ। ਸੋ ਇਹੋ ਜਿਹੀਆਂ ਤਿਤਲੀਆਂ ਦੇ ਪਿੱਛੇ ਜਾ ਕੇ ਜਾਂ ਇਹਨਾਂ ਦੇ ਬੋਲਣ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਬਿਲਕੁਲ ਵੀ ਉਸ ਚੀਜ਼ ਵੱਲ ਭਟਕਣਾ ਨਹੀਂ ਹੈਗਾ। ਕੋਈ ਵੀ ਆਪਾਂ ਐਸੀ ਹਰਕਤ ਜਾਂ ਕੋਈ ਐਸੀ ਉਹ ਨਹੀਂ ਕਰਨੀ ਕਿ ਜਿਹਦੇ ਨਾਲ ਸੈਂਟੀਮੈਂਟਸ ਹਰਟ ਹੋਣ ਕਿਸੇ ਦੇ। ਕੋਈ ਹੋਰ ਸਟੇਟ ਦੇ ਫਾਰਮਰਸ ਜਾ ਰਹੇ ਆ, ਨਹੀਂ ਜਾ ਰਹੇ, ਸਾਨੂੰ ਨਹੀਂ ਪਤਾ, ਮੀਡੀਆ ਨਹੀਂ ਦਿਖਾ ਰਿਹਾ। ਲੇਕਿਨ ਅਗਰ ਪੰਜਾਬ ਜਾ ਰਿਹਾ, ਅਸੀਂ ਪੰਜਾਬੀ ਹਾਂ, ਅਸੀਂ ਸਾਰੇ ਜਾਣੇ ਇੱਕ ਹੈਗੇ ਆ, ਹੋਰ ਵੀ ਚੱਲਣਗੇ, ਉਹਨਾਂ ਨੂੰ ਵੀ ਵੈਲਕਮ ਆ। ਬਟ ਜਿਹੜੀਆਂ ਚੀਜ਼ਾਂ ਇੱਕੋ ਦਮ ਆ ਕੇ ਬੋਲ ਰਹੀਆਂ ਨੇ, ਇਹ ਪਹਿਲੇ ਕਿੱਥੇ ਸੀਗੀਆਂ? ਇੱਕੋ ਦਮ ਹੀ ਹੁਣ ਜਦੋਂ ਪ੍ਰੈਸ਼ਰ ਪੈਣ ਲੱਗਾ, ਇੰਨੇ ਲੋਕ ਇੰਨੀ ਤਾਦਾਦ ਚ ਇਕੱਠੇ ਹੋ ਗਏ, ਇੰਨੇ ਲੋਕ ਇੰਨੇ ਪੀਸਫੁਲੀ ਉੱਥੇ ਤੱਕ ਉਹਨਾਂ ਤੇ ਪ੍ਰੈਸ਼ਰ ਬਣਾ ਰਹੇ ਨੇ। ਸੋ ਇੱਕੋ ਦਮ ਵਿੱਚੋਂ ਨਿਕਲ ਕੇ ਆ ਕੇ ਐਸੀਆਂ ਗੱਲਾਂ ਕਰ ਰਹੀਆਂ ਨੇ ਜਿਹਦੇ ਨਾਲ ਕੱਲਾ ਸੈਲੈਬ੍ਰਿਟੀ ਜੋ ਬਹੁਤ ਪੀਸ ਮਾਈਂਡ ਦੇ ਵੀ ਨੇ, ਉਹ ਵੀ ਆ ਕੇ ਬੋਲੇ ਨੇ ਉਹਨਾਂ ਨੂੰ। ਸੋ ਉਹਨੂੰ ਅਟੈਂਸ਼ਨ ਮਿਲ ਰਹੀ ਹੈ ਉਸ ਚੀਜ਼ ਨਾਲ। ਤੋ ਆਪਾਂ ਨੂੰ ਨਹੀਂ ਉਹਨੂੰ ਅਟੈਂਸ਼ਨ ਦੇਣੀ। ਉਹ ਮੈਨੂੰ ਲੱਗਦਾ ਉਹਨੂੰ ਨੀਂਦ ਨਹੀਂ ਆਈ ਹੋਣੀ ਇੰਨੀ ਅਟੈਂਸ਼ਨ ਮਿਲਣ ਤੋਂ ਬਾਅਦ। ਸੋ ਓਕੇ, ਮੈਨੂੰ ਪੁੱਛ ਰਿਹਾ ਧਰਨੇ 'ਚ ਕਿਉਂ ਨਹੀਂ ਹੈ। ਆਮ ਸੌਰੀ, ਮੈਂ ਪੰਜਾਬ 'ਚ ਨਹੀਂ ਹੈਗੀ, ਅਦਰਵਾਈਜ਼ ਮੈਂ ਪੱਕਾ ਜਾਂਦੀ ਖਾਲਸਾ ਏਡ ਨਾਲ। ਔਰ ਅਗਰ ਉਦੋਂ ਤੱਕ ਮੈਂ ਪਹੁੰਚ ਗਈ ਤਾਂ ਮੈਂ ਡੈਫੀਨੇਟਲੀ ਜਾਊਂਗੀ। ਸੋ ਹੋਰ ਬਹੁਤ ਸਾਰੇ ਜਾਣੇ ਹੈਗੇ ਆ, ਮੈਂ ਹੈਗੀ ਆ, ਹੋਰ ਸਾਰੇ ਸੈਲੈਬਸ ਹੈਗੇ ਨੇ। ਮੈਂ ਨਹੀਂ ਪਹੁੰਚੀ ਤਾਂ ਹੋਰ ਜਿੰਨੇ ਵੀ ਜਾਣੇ ਹੈਗੇ, ਆਪਾਂ ਸਾਰੇ ਜਾਣੇ ਪਰਿਵਾਰ ਹਾਂ। ਲੇਕਿਨ ਮੈਂ ਜੇ ਉਸ ਟਾਈਮ ਤੱਕ ਪਹੁੰਚ ਗਈ ਸੋ ਮੈਂ ਡੈਫੀਨੇਟਲੀ ਜਾਊਂਗੀ। ਯੈਸ ਰਣਵੀਰ, ਮੈਂ ਟਵੀਟ ਕਰ ਰਹੀ ਹਾਂ। ਕੰਗਨਾ ਨੇ ਤਾਂ ਮੈਨੂੰ ਨਾਲ ਹੀ ਬਲੌਕ ਮਾਰਤਾ, ਕਿਉਂਕਿ ਮੈਂ ਉਹਨੂੰ ਕਿਹਾ ਸੀਗਾ ਕਿ ਜੇ ਕੋਈ ਕੱਲਾ ਇਨਸਾਨ ਆਪਣੀ Y+ ਸਿਕਿਉਰਿਟੀ ਦੀ ਡਿਮਾਂਡ ਕਰ ਸਕਦਾ ਹੈ ਤਾਂ ਇੱਕ ਆਮ ਇਨਸਾਨ ਆਪਣੀ ਬੇਸਿਕ ਰੋਟੀ ਦੀ ਡਿਮਾਂਡ ਕਿਉਂ ਨਹੀਂ ਕਰ ਸਕਦਾ? ਕਿਉਂਕਿ ਗਵਰਨਮੈਂਟ ਜਿਹੜੀ ਆ ਉਹ ਆਮ ਲੋਕਾਂ ਨੇ ਹੀ ਬਣਾਈ ਆ। ਕੰਗਨਾ ਦੇ ਇਕੱਲੇ ਇੱਕ ਵੋਟ ਨਾਲ ਗਵਰਨਮੈਂਟ ਨਹੀਂ ਬਣ ਗਈ ਸੀ, ਔਰ ਪਤਾ ਨਹੀਂ ਉਹਨੇ ਦਿੱਤੀ ਵੀ ਹੋਣੀ ਵੋਟ ਜਾਂ ਨਹੀਂ ਦਿੱਤੀ ਹੋਣੀ, ਕਿਹਨੇ ਦੇਖਿਆ। ਸੋ ਅਗਰ ਇੰਨੇ ਜਾਣੇ ਲੋਕਾਂ ਨੇ ਮਿਲ ਕੇ ਗਵਰਨਮੈਂਟ ਬਣਾਈ ਆ ਤਾਂ ਲੋਕਾਂ ਕਰਕੇ ਗਵਰਨਮੈਂਟ ਹੁੰਦੀ ਹੈ। ਸੋ ਰਾਈਟ ਲੈਣਾ ਸਾਡਾ ਫਰਜ਼ ਬਣਦਾ ਹੈ। ਤੁਸੀਂ ਅਮਰੀਕਾ ਵਰਗੇ ਦੇਸ਼ਾਂ 'ਚ ਦੇਖ ਲਓ ਕਿ ਬਹੁਤ ਸਾਰੇ ਸੈਲੈਬਸ ਸੀਗੇ। ਜਦੋਂ ਡੋਨਲਡ ਟਰੰਪ ਜਿੱਤਿਆ ਸੀਗਾ ਉਦੋਂ ਬਹੁਤ ਸਾਰੇ ਲੋਕਾਂ ਨੇ ਆਪਣੀ ਨਾਪਸੰਦਗੀ ਜਤਾਈ ਸੀਗੀ, ਔਰ ਬਹੁਤ ਸਾਰੇ ਸੈਲੈਬਸ ਨੇ ਓਪਨਲੀ ਟਵੀਟ ਕੀਤਾ ਸੀ, ਓਪਨਲੀ ਪੋਸਟ ਕੀਤਾ ਸੀਗਾ। ਔਰ ਇਹ ਇੱਕ ਬੇਸਿਕ ਰਾਈਟ ਹੈ, ਰਾਈਟ ਟੂ ਸਪੀਕ ਹਰ ਇਨਸਾਨ ਨੂੰ ਹੈਗਾ। ਇੱਥੇ ਗਵਰਨਮੈਂਟ ਦੇ ਅਗੇਂਸਟ ਬੋਲ ਦੋ ਤਾਂ ਜਾਂ ਤਾਂ ਤੁਹਾਡੇ ਪੇਜ ਉੱਡ ਜਾਂਦੇ ਨੇ, PR ਐਕਟਿਵ ਹੋ ਜਾਂਦੀ ਆ, ਜਾਂ ਤੁਹਾਨੂੰ ਮਾਰ ਕੁਟਾਈ ਹੋ ਜਾਂਦੀ ਆ, ਲਾਠੀ ਚਾਰਜ ਹੋ ਜਾਂਦਾ ਆ। ਸੋ ਇੱਥੇ ਰਾਈਟ ਟੂ ਸਪੀਚ ਸੰਵਿਧਾਨ 'ਚ ਹੈਗਾ ਆ, ਬਟ ਆਈ ਡੋਂਟ ਥਿੰਕ ਸੋ ਕਿ ਰਿਐਲਿਟੀ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਬੋਲਣ ਨਹੀਂ ਦਿੰਦੇ। ਬਟ ਬਹੁਤ ਪ੍ਰਾਊਡਲੀ ਸਾਰੇ ਸਿੰਗਰ, ਸਾਰੇ ਜਿੰਨੇ ਵੀ ਹੈਗੇ ਨੇ, ਸਾਰੇ ਲੋਕ ਉਸ ਚੀਜ਼ ਦੇ ਵਿੱਚ ਸ਼ਾਮਿਲ ਹੋ ਰਹੇ ਆ। ਬਹੁਤ ਖੁਸ਼ੀ ਹੋ ਰਹੀ ਹੈ ਦੇਖ ਕੇ ਜਦੋਂ ਆਪਣਾ ਹੱਕ ਲੈਣ ਤੇ ਆਉਂਦੇ ਨੇ ਤਾਂ ਸਾਰੇ ਹੱਕ ਲੈ ਕੇ ਹੀ ਮੁੜਨਗੇ। ਔਰ ਮੈਂ ਪ੍ਰੇ ਵੀ ਕਰਦੀ ਹਾਂ ਔਰ ਪਿੱਛੇ ਨਹੀਂ ਹਟਣਾ। ਆ ਜੋ ਵੀ ਇੱਕ ਦੋ ਥੋੜੇ ਬਹੁਤ ਪੜਾਅ ਆ ਰਹੇ ਨੇ, ਪੜਾਅ ਵੀ ਕਾਹਦੇ ਨੇ, ਐਵੇਂ ਵਿੱਚ ਬਕਵਾਸ ਕਰਨ ਆਉਂਦੇ ਨੇ, ਇਹਨਾਂ ਨੂੰ ਧਿਆਨ ਦੇਣਾ ਹੀ ਨਹੀਂ ਚਾਹੀਦਾ। ਤੇ ਜਦੋਂ ਫਿਲਮਾਂ ਦੇ ਵਿੱਚ ਤਾਂ ਬੜਾ ਦਿਖਾਉਂਦੇ ਆ ਪੰਜਾਬੀ ਖੁੱਲੇ ਦਿਲ ਦੇ, ਪੰਜਾਬੀ ਬੱਲੇ ਬੱਲੇ, ਪੰਜਾਬੀ ਇਹ, ਪੰਜਾਬੀ ਉਹ। ਫਿਲਮਾਂ ਸ਼ੂਟ ਕਰਨ ਆਣੀਆਂ ਤਾਂ ਲੋਕਡਾਊਨ ਦੇ ਵਿੱਚ ਪੂਰਾ ਪੰਜਾਬ ਓਪਨ ਸੀ, ਹੱਸ ਕੇ ਵੈਲਕਮ ਕਰਦੇ, ਗਾਣੇ ਪੰਜਾਬੀ ਚੱਲਦੇ ਆ। ਤੇ ਜਦੋਂ ਹੱਕ ਲੈਣ ਤੇ ਆਏ ਤਾਂ ਜਦੋਂ ਕੁਛ ਹੋ ਗਿਆ ਤਾਂ ਟੈਰਰਿਸਟ, ਖਾਲਿਸਤਾਨੀ। ਉਹਨਾਂ ਨੂੰ ਬਖੂਬੀ ਪਤਾ ਹੈ ਕਿ ਇਹੀ ਪੰਜਾਬੀਆਂ ਦਾ ਇੱਕ ਸੈਂਸਿਟਿਵ ਮੁੱਦਾ ਹੈ ਜਿਹਨੂੰ ਬਾਰ-ਬਾਰ ਬੋਲਿਆ ਜਾਵੇ, ਬਾਰ-ਬਾਰ ਉਹ ਕੀਤਾ ਜਾਵੇ। ਸੋ ਜਾਣ ਬੁੱਝ ਕੇ ਉਹ ਚੀਜ਼ ਨੂੰ ਹਾਈਲਾਈਟ ਕਰ ਰਹੇ ਨੇ। ਕੋਈ ਫਾਇਦਾ ਨਹੀਂ ਇਹਨਾਂ ਨੂੰ ਪ੍ਰੋਪਰ ਉਹ ਕਰਨ ਦਾ। ਤੇ ਜਿਹੜੇ ਕਹਿ ਰਹੇ ਨੇ ਕਿ ਬਿੱਲ ਪੰਜਾਬੀ ਆ ਜਾਂਦੇ ਆ ਫੇਕ ਵਿਊਜ਼ ਲੈ ਕੇ, ਬਿੱਲਾਂ ਦੀ ਨੌਲੇਜ ਨਹੀਂ ਹੈਗੀ, ਬਿੱਲ ਕਿਸਾਨਾਂ ਦੇ ਫਾਇਦੇ 'ਚ ਆ,
मैं किसान फैमिली तो नहीं हैगी, बहुत सारे सिलेब्स नहीं हैगे ਜਿਹੜੇ ਖੜੇ ਨੇ, ਬਟ ਜਿਹੜੇ ਸੜਕਾਂ ਤੇ ਗਏ ਉਹ ਪਾਗਲ ਹੈ ਆਪਣਾ ਘਰ-ਬਾਰ ਛੱਡ ਕੇ। ਕਿਸੇ ਨੂੰ ਕੀ ਪਈ ਆ ਟਰੈਕਟਰ ਟਰਾਲੀਆਂ ਠੰਡ ਦੇ ਵਿੱਚ ਨਿਕਲ ਕੇ, ਇੰਨੀ ਠੰਡ ਪੈ ਰਹੀ ਹੈ, ਸਭ ਸੜਕਾਂ ਤੇ ਬੈਠੇ ਨੇ, ਆਪਣਾ ਰੋਟੀ ਪਾਣੀ ਨਾਲ ਲੈ ਕੇ ਗਏ ਨੇ, ਆਪਣਾ ਸਫਾਈ ਬਰਾਬਰ ਨਾਲ ਉੱਥੇ ਕਰ ਰਹੇ ਨੇ, ਵੀ ਕੋਈ ਮੌਕਾ ਹੀ ਨਾ ਮਿਲੇ ਕਿਸੇ ਨੂੰ ਵੀ ਬੋਲਣ ਦਾ। आई डोंट अंडरस्टैंड ਜਿਹੜੇ ਪੰਜਾਬ ਓਕੇ ਠੀਕ ਹੈ ਕਈ ਬੋਲ ਰਹੇ ਨੇ ਕਿ ਜੇ ਤੁਸੀਂ ਇਟਸ ਇਹ ਕੰਪਲਸ਼ਨ ਨਹੀਂ ਹੁੰਦੀ ਕਿ ਗਵਰਨਮੈਂਟ ਆਈ ਆ ਤਾਂ ਉਹ ਸਭ ਦੀ ਫੇਵਰੇਟ ਹੀ ਹੋਏਗੀ। ਅਗਰ ਸਾਨੂੰ ਨਹੀਂ ਪਸੰਦ, ਔਰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਪਸੰਦ ਨਾ ਪਸੰਦ ਦੀ ਗੱਲ ਨਹੀਂ ਹੈਗੀ, ਇੱਥੇ ਇੱਕ ਚੀਜ਼ ਸਹੀ ਨਹੀਂ ਹੋਈ ਤਾਂ ਉਹਦੇ ਬਾਰੇ ਬੋਲਣਾ ਬਹੁਤ ਇੰਪੋਰਟੈਂਟ ਹੈ। ਜੇ ਕੰਗਨਾ ਵਰਗੀ ਬੰਦੀ ਆ ਕੇ ਬੋਲ ਸਕਦੀ ਹੈ ਬਾਲੀਵੁੱਡ ਬਾਰੇ ਕਿ ਮੈਨੂੰ ਉੱਥੇ ਕੰਮ ਕਰਨਾ ਪਸੰਦ ਨਹੀਂ ਸੀ ਜਾਂ ਮੈਨੂੰ ਲੋਕ ਉੱਥੇ ਆ ਬੋਲਦੇ ਸੀ, ਤਾਂ ਲੋਕਾਂ ਨੂੰ ਕਿਉਂ ਨਹੀਂ ਹੈਗਾ? ਇਟਸ ਜਸਟ ਬਿਕਾਜ਼ ਕਿ ਉਹ ਸੈਲੇਬ੍ਰਿਟੀਜ਼ ਨਹੀਂ ਹੈਗੇ, ਉਹਨਾਂ ਕੋਲ ਵੱਡੇ ਅਕਾਊਂਟਸ ਨਹੀਂ ਹੈਗੇ। ਸੋ ਸਾਡਾ ਰਾਈਟ ਬਣਦਾ ਬੀਇੰਗ ਅ ਪੰਜਾਬੀ, ਸਾਨੂੰ ਇਸੇ ਧਰਤੀ ਨੇ ਸਭ ਕੁਝ ਦਿੱਤਾ ਹੈ, ਇੱਥੇ ਦੇ ਹੀ ਲੋਕਾਂ ਨੇ ਸਾਨੂੰ ਬਣਾਇਆ ਆ, ਔਰ ਇੱਥੇ ਦੇ ਹੀ ਲੋਕਾਂ ਨੇ, ਇਹਨਾਂ ਲੋਕਾਂ ਕਰਕੇ ਹੀ ਰੋਟੀ ਚੱਲਦੀ, ਔਰ ਲੋਕਾਂ ਨੂੰ ਹੀ ਤੁਸੀਂ ਗਾਲਾਂ ਕੱਢੋ, ਠੀਕ ਹੈ। ਸੋ ਇਹ ਚੀਜ਼ ਸਹੀ ਨਹੀਂ ਹੈਗੀ। ਅਗਰ ਸਾਡੇ ਕੋਲੇ ਪੇजेस ਹੈਗੇ ਔਰ ਅੱਜ ਅਸੀਂ ਉਹਨਾਂ ਲਈ ਖੜੇ ਹੋ ਗਏ ਤਾਂ ਅਸੀਂ ਟੈਰਰਿਸਟ ਹੋ ਗਏ। ਅੱਜ ਦਿਲਜੀਤ ਨੇ ਆ ਕੇ ਜਦੋਂ ਉਹਨੂੰ ਮੂੰਹ ਤੋੜ ਜਵਾਬ ਦਿੱਤੇ ਤਾਂ ਜੀ ਉਹ ਟੈਰਰਿਸਟ ਔਰ ਖਾਲਿਸਤਾਨੀ ਹੋ ਗਿਆ। ਤੁਸੀਂ ਜੋ ਕੰਗਨਾ ਜੋ ਹਰ ਰੋਜ਼ ਮੂੰਹ ਫਾੜਦੀ ਰਹਿੰਦੀ ਆ, ਹਰ ਰੋਜ਼ ਕੁਛ ਨਾ ਕੁਛ ਬੋਲਦੀ ਰਹਿੰਦੀ ਆ, ਖੁੱਲੀ ਛੱਡੀ ਹੋਈ ਆ, ਹਰ ਰੋਜ਼ ਬੋਲਦੀ ਰਹਿੰਦੀ ਆ, ਉਦੋਂ ਫਿਰ ਉਹ ਟੈਰਰਿਸਟ ਹੋ ਜਾਂਦਾ ਇਨਸਾਨ। ਆਪਣੇ ਬਾਰੇ ਜੇ ਤੁਹਾਨੂੰ ਆਪਣੇ ਘਰੇ ਬਣੀ ਹੋਈ ਰੋਟੀ ਜਾਂ ਕੋਈ ਚੀਜ਼, ਕੋਈ ਸਬਜ਼ੀ ਤੁਹਾਨੂੰ ਨਹੀਂ ਪਸੰਦ, ਤੁਹਾਡੇ ਮਾਂ-ਬਾਪ ਤੁਹਾਨੂੰ ਟੈਰਰਿਸਟ ਕਹਿ ਦਿੰਦੇ ਨੇ, ਜਾਂ ਤੁਹਾਨੂੰ ਕਿਸੇ ਬੰਦੇ ਦੀ ਕੋਈ ਆਦਤ ਤੁਸੀਂ ਕਹਿ ਦਿੰਦੇ ਹੋ ਨਹੀਂ ਪਸੰਦ, ਤੁਸੀਂ ਟੈਰਰਿਸਟ ਕਹਿ ਦਿੰਦੇ ਹੋ। ਬਹੁਤ ਸਾਰੇ ਲੋਕ ਸਾਨੂੰ ਲਿਖਦੇ ਤੁਹਾਡਾ ਗਾਣਾ ਪਸੰਦ ਨਹੀਂ ਆਇਆ ਤਾਂ ਅਸੀਂ ਉਹਨਾਂ ਨੂੰ ਟੈਰਰਿਸਟ ਕਹਿ ਦਾਂਗੇ। ਬਹੁਤ ਸਾਰੇ ਲੋਕ ਕਹਿ ਦਿੰਦੇ ਤੁਹਾਡੇ ਕੱਪੜੇ ਪਸੰਦ ਨਹੀਂ ਆਏ ਸਾਨੂੰ, ਤਾਂ ਅਸੀਂ ਉਹਨਾਂ ਨੂੰ ਟੈਰਰਿਸਟ ਕਹਿ ਦਿੰਦੇ ਆ। ਸੋ ਅਗਰ ਹੋਰ ਸਟੇਟ ਦੇ ਲੋਕ ਨਹੀਂ ਆ ਕੇ ਸਾਹਮਣੇ ਬੋਲ ਰਹੇ ਤਾਂ ਸਰਕਮਸਟੈਂਸਸ ਕੁਝ ਵੀ ਹੋ ਸਕਦੇ ਨੇ, ਕੁਝ ਵੀ ਹੋ ਸਕਦੇ ਨੇ। ਉੱਥੇ ਦੇ ਲੋਕਾਂ ਨੇ ਏਕਾ ਨਹੀਂ ਦਿਖਾਇਆ ਹੋਣਾ, ਜਾਂ ਹੋ ਸਕਦਾ ਕੋਈ ਸੋਚ ਰਿਹਾ ਹੋਵੇ ਤੇ ਕਹਿ ਰਿਹਾ ਹੋਊਗਾ ਕਿ ਯਾਰ ਮੈਂ ਇਕੱਲਾ ਕਿੱਥੇ ਜਾਊਂਗਾ। ਇੱਥੇ ਦੇ ਲੋਕ ਬਈ ਇੱਕ ਹੋ ਗਏ ਸਾਰੇ ਜਾਣੇ, ਔਰ ਪਾਗਲ ਨਹੀਂ ਹੈਗੇ। ਇੱਕ ਬੰਦੇ ਦੀ ਸੋਚ ਗਲਤ ਹੋ ਸਕਦੀ, 2 ਹੋ ਸਕਦੇ, 3 ਹੋ ਸਕਦੇ, ਇੰਨੇ ਲੋਕ ਇੰਨੀ ਤਾਦਾਦ ਚ ਜਾ ਰਹੇ, ਉਹਨਾਂ ਦਾ ਮਾਈਂਡ ਥਾਟ ਪ੍ਰੋਸੈਸ ਉਹਨਾਂ ਦਾ ਸਾਰਿਆਂ ਦਾ ਗਲਤ ਨਹੀਂ ਹੋ ਸਕਦਾ। ਸੋ ਜਿਹੜੀ ਵੀ ਸੋ ਪਾਇਲ ਜੋ ਵੀ ਹੈਗੀ ਆ, ਮੈਨੂੰ ਤਾਂ ਉਹਦਾ ਪੂਰਾ ਨਾਮ ਵੀ ਨਹੀਂ ਪਤਾ, ਇੰਨਾ ਪਤਾ ਪਾਇਲ ਹੈ। ਸੋ ਫਿਲਮਾਂ ਦੇ ਵਿੱਚ ਕੁਝ ਕੰਮ ਕਰਦੀ ਸੀਗੀ, ਬਹੁਤ ਸਾਰੀ ਫਿਲਮਾਂ ਦੇਖੀਆਂ ਹੋਣੀਆਂ ਤੁਸੀਂ ਉਹਨਾਂ ਦੀਆਂ, ਕਿਹੜੇ ਪਹਿਲੇ ਭੁੱਲੇ ਆਈਆਂ ਹੋਣੀਆਂ। ਸੋ ਉਹੀ ਕਿਉਂ ਬੋਲਦਾ ਆ ਹੱਥ ਨਾ ਲੱਗੇ ਥੂ ਕੌੜੀ ਕਿ ਉਹ ਅੰਗੂਰ ਖੱਟੇ ਹੈ, ਹੁਣ ਇਹ ਚੀਜ਼ ਨਹੀਂ ਮਿਲੀ। ਸੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਬਾਲੀਵੁੱਡ ਮਾੜਾ ਆ ਜਾਂ ਬਾਲੀਵੁੱਡ ਚੰਗਾ ਆ। ਜੇ ਅਸੀਂ ਉੱਥੇ ਜਾਣਾ ਹੋਊਗਾ ਅਸੀਂ ਜਾ ਸਕਦੇ ਹਾਂ, ਜਾਂ ਮੈਂ ਜਾਊਂਗੀ ਜਾਂ ਮੈਂ ਨਹੀਂ ਜਾਂਦੀ, ਜਾਂ ਹੋਰ ਸਿਲੈਬਸ ਹੈਗੇ, ਸਾਨੂੰ ਸਾਡਾ ਪੰਜਾਬ ਬਹੁਤ ਕੁਝ ਦੇ ਰਿਹਾ ਆ। ਜੇ ਅਸੀਂ ਗਏ ਵੀ ਹਾਂ ਤਾਂ ਸਾਡੇ ਨਾਲ ਤਾਂ ਇਹੋ ਜਿਹਾ ਕੁਝ ਹੋਇਆ ਨਹੀਂ ਹੈਗਾ। ਸੈਕਿੰਡ ਥਿੰਗ, ਅਗਰ ਉਹਨਾਂ ਨਾਲ ਬੁਰੀ ਚੀਜ਼ ਹੋਈ ਆ, ਲੋਕ ਉਹਨਾਂ ਨੂੰ ਤਾਂ ਸਾਥ ਦੇਣਗੇ ਜੇ ਉਹ ਪ੍ਰੋਪਰ ਇੱਕ ਲੌਜੀਕਲ ਗੱਲ ਕਰਨਗੀਆਂ। ਜਦੋਂ ਤੱਕ ਕੰਗਨਾ ਦਾ ਘਰ ਟੁੱਟ ਰਿਹਾ ਸੀਗਾ ਉਦੋਂ ਇੱਕ ਵਾਰ ਤਾਂ ਸਭ ਨੇ ਬਈ ਰੋਸ਼ ਦਿਖਾਇਆ ਸੀਗਾ, ਲੇਕਿਨ ਜਦੋਂ ਘਰ ਟੁੱਟਿਆ ਆਪ Y+ ਸਿਕਿਉਰਿਟੀ ਲੈ ਕੇ, ਤੁਸੀਂ ਆਪਣੀ ਜਾਨ ਦਾ ਖਤਰਾ ਸੀ ਤਾਂ ਹੀ ਤੁਸੀਂ ਗਵਰਨਮੈਂਟ ਤੋਂ ਸਿਕਿਉਰਿਟੀ ਮੰਗ ਲਈ, ਤੇ ਜਿਹੜੇ ਲੋਕ ਉੱਥੇ ਠੰਡ 'ਚ ਆਪਣੀ ਹੀ ਰੋਟੀ ਲਈ ਡੰਡੇ ਖਾ ਰਹੇ ਨੇ ਉਹਨਾਂ ਬਾਰੇ ਤੁਸੀਂ ਸੋਚਿਆ ਨਹੀਂ ਹੈਗਾ। ਮੈਨੂੰ ਪਤਾ ਹੈ ਉਹ ਬਲੌਕ ਮਾਰਨਗੀਆਂ, ਉਹਨਾਂ ਨੇ ਕਹਿਣਾ ਆ पेजां दी रीच वध गई, ओ हमारी तो पब्लिक में बात हो रही है, हमारी तो न्यूज़ छप रही है, दिलजीत ने अगर कंगना को कुछ बोला तो उसकी न्यूज़ बन रही है, पायल की पोस्ट पे इतने सेलिब्रिटीज ब्लू टिक वालों ने इतना कमेंट किया, इज जस्ट बिकॉज वो सारे सेंटीमेंट उन्होंने हर्ट होए ने और इमोशनल ने, बट अदर दैन दैट वो कुछ नहीं समझते, पायल वर्गी नूं कुछ भी नहीं समझते, कुछ भी नहीं समझते। और
ਬਹੁਤ ਸਾਰੇ ਲੋਕ ਐਦਾਂ ਦੇ ਆਰਟਿਸਟ ਨੇ ਜਿਹੜੇ ਇੰਨੇ ਸ਼ਾਂਤ ਨੇ, ਜਿਹੜੇ ਕਦੇ ਵੀ ਕਿਸੇ ਕੀੜੀ ਨੂੰ ਵੀ ਨਹੀਂ ਮਾਰਦੇ। ਨਿਮਰਤ ਹੋ ਗਈ, ਸ਼ੀ ਇਜ਼ ਸੋ ਪੋਲਾਈਟ। ਅੰਮ੍ਰਿਤ ਮਾਨ ਇਜ਼ ਅ ਵੈਰੀ ਫਰੈਂਡਲੀ ਮੈਨ, ਬਟ ਕਦੇ ਵੀ ਉਹ ਆ ਕੇ ਨਹੀਂ ਬੋਲੇ, ਸਾਰੇ ਦਿਲੋਂ ਬਹੁਤ ਹਰਟ ਨੇ। ਸੋ ਮੈਨੂੰ ਆਪਣੇ ਸੈਲੈਬ੍ਰਿਟੀਜ਼ ਨਾਲ ਇਹ ਆ ਕਿ ਵੀ ਇਹੋ ਜਿਹਿਆਂ ਨੂੰ ਹਵਾ ਨਾ ਦਿਓ। ਮੈਂ ਡੈਫੀਨੇਟਲੀ ਕਹਿ ਰਹੀ ਹਾਂ, ਅੱਜ ਤੁਸੀਂ ਇਹਨੂੰ ਬੋਲੇ ਹੋ, 2 ਵੀਡੀਓਜ਼ ਹੋਰ ਪਾਏਗੀ, ਉਹ ਆਪਣੀ ਹੀ ਬੇਇੱਜ਼ਤੀ ਰੀਪੋਸਟ ਕਰੀ ਜਾ ਰਹੀ, ਉਹਦੀ ਸਟੋਰੀਜ਼ ਜਾ ਕੇ ਚੈੱਕ ਕਰੋ, ਉਹ ਕਿੰਨੀ ਸਾਰੀ ਪੋਸਟ ਪਾ ਰਹੀ ਹੈ, ਔਰ ਉਹ ਵੀ ਅੰਮ੍ਰਿਤ ਮਾਨ ਦਾ ਗਾਣਾ ਲਾ ਕੇ। ਮਤਲਬ ਤੁਸੀਂ ਉਹ ਦੇਖ ਲਓ ਕਿ ਕਿੰਨੀ ਉਹਨੂੰ ਅਟੈਂਸ਼ਨ ਚਾਹੀਦੀ ਸੀ। ਹੁਣ 4 ਦਿਨਾਂ 'ਚ ਹੋਰ ਕੋਈ ਨਾ ਕੋਈ ਆ ਜਾਊਗਾ। ਸਾਡੇ ਜਿੰਨੇ ਵੀ ਆਰਟਿਸਟ ਹੈਗੇ ਉਹਨਾਂ ਨੂੰ ਆਪਣੀ ਵਡਿਆਈ ਦੱਸਣ ਦੀ ਲੋੜ ਨਹੀਂ ਹੈਗੀ, ਨਾ ਕਿਸੇ ਨੂੰ ਸਾਨੂੰ ਪ੍ਰੂਫ ਦੇਣ ਦੀ ਲੋੜ। ਸਾਡੇ ਲੋਕਾਂ ਨੂੰ ਸਭ ਨੂੰ ਪਤਾ, ਔਰ ਸਾਰੇ ਸਾਡਾ ਸਾਥ ਦੇ ਰਹੇ ਆ, ਅਸੀਂ ਸਾਰਿਆਂ ਨਾਲ ਖੜੇ ਆ। ਸਾਰੇ ਬਜ਼ੁਰਗ ਉੱਥੇ ਖੜੇ ਨੇ, ਉਹਨਾਂ ਕੋਲ ਨਹੀਂ ਹੈਗਾ ਸੋਸ਼ਲ ਮੀਡੀਆ, ਲੇਕਿਨ ਸੋਸ਼ਲ ਮੀਡੀਆ ਤੋਂ ਹੀ ਗੇਮ ਘੁੰਮਦੀ ਆ, ਸੋਸ਼ਲ ਮੀਡੀਆ ਤੋਂ ਹੀ ਨਿਊਜ਼ਾਂ 'ਚ ਆਉਣਾ ਸਟਾਰਟ ਹੋ ਜਾਏਗਾ ਕਿ ਇਹ ਮੀਡੀਆ ਵਾਲੇ ਇਹ ਟੈਰਰਿਸਟ ਨੇ, ਇਹ ਨੇ। ਬਿਕਾਜ਼ ਇਹੋ ਜਿਹੇ ਜਿਹੜੇ ਡਿਸਟਰੈਕਸ਼ਨ ਆ ਰਹੇ ਨੇ ਨਾ, ਜਾਂ ਡਿਸਟਰਬ ਕਰਨ ਆ ਰਹੇ ਨੇ ਵਿੱਚ, ਜਾਂ ਜਿਹੜੇ ਮਿਸਕਨਸੈਪਸ਼ਨ ਕ੍ਰੀਏਟ ਕਰਨ ਆ ਰਹੇ ਨੇ ਕਿ ਅੱਛਾ ਇਹ ਉਹ, ਸੋ ਉਹ ਵਿਚਾਰੇ ਬਜ਼ੁਰਗਾਂ ਨੂੰ ਪਤਾ, ਉਹਨਾਂ ਨੂੰ ਕੀ ਪਤਾ ਟਵਿੱਟਰ ਦਾ, ਜਾਂ ਉਹਨਾਂ ਨੂੰ ਕੀ ਪਤਾ। ਲੇਕਿਨ ਸਾਰੀ ਪੋਲੀਟੀਕਲ ਗੇਮ ਇੱਥੋਂ ਘੁੰਮਦੀ ਆ। ਸੋ ਆਪਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ। हाँ, यस एग्जैक्टली। सो किसानां ने जिस दिन ਹਲੇ ਉਹ ਵਿਚਾਰੇ ਬੜੇ ਪਿਆਰ ਨਾਲ ਉਹ ਚੀਜ਼ ਕਰ ਰਹੇ ਨੇ, ਸਭ ਇੱਕ ਦੂਜੇ ਨਾਲ ਖੜੇ ਨੇ, ਬਟ ਜਿਸ ਦਿਨ ਕਿਸਾਨਾਂ ਨੇ ਧਰਨਾ ਇੱਕ ਵਾਰੀ ਕਰਤਾ ਨਾ ਕਿ ਅਸੀਂ ਆਟਾ ਜਾਂ ਅਸੀਂ ਆਹ ਸਭ ਚੀਜ਼ਾਂ ਕਰਨੀਆਂ ਬੰਦ ਕਰ ਦੇਣੀਆਂ ਨੇ, ਸੋ ਮੇ ਬੀ ਸ਼ਾਇਦ ਉਸ ਦਿਨ ਲੋਕਾਂ ਨੂੰ ਪਤਾ ਚੱਲੂਗਾ। ਕਿਉਂਕਿ ਮੇ ਬੀ ਕਿਉਂਕਿ ਹਲੇ ਇਹ ਲੋਕ ਸੁਪਰਮਾਰਕਟ ਦੇ ਵਿੱਚ ਜਾ ਕੇ ਮੱਕੀ ਦਾ ਆਟਾ 150 ਰੁਪਏ ਕਿਲੋ 2 ਕਿਲੋ ਖਰੀਦਦੇ ਨੇ, ਤੇ ਜਿਹੜਾ ਦੂਸਰਾ ਆਟਾ 10 ਕਿਲੋ ਆਂਦਾ ਉਹ 200-250 ਦੀ ਬੋਰੀ ਖਰੀਦਦੇ ਨੇ। ਉਹ ਮੇ ਬੀ ਹੋ ਸਕਦਾ ਬਾਅਦ ਚ 500-600 ਚ ਮਿਲਣ ਲੱਗ ਜਾਵੇ। ਕਿਉਂਕਿ ਜਦੋਂ ਪਹਿਲੇ ਚੀਜ਼ਾਂ ਹੋਈਆਂ ਸੀ, ਪੈਟਰੋਲ ਦਾ ਭਾਅ ਵਧੇ, ਤੁਸੀਂ ਨੋਟਿਸ ਕਰਨਾ ਸਟਾਰਟ ਕਰੋ ਵੀ ਪੈਟਰੋਲ ਦਾ ਭਾਅ ਜਦੋਂ ਪਹਿਲੇ ਵਧਿਆ ਸੀਗਾ, ਉਸ ਟਾਈਮ ਲੋਕਾਂ ਨੇ ਇੰਨੀ ਹਾਹਾਕਾਰ ਮਚਾਤੀ ਸੀਗੀ। ਕਿੱਥੋਂ ਮਚੀ ਸੀ ਆਈ ਡੋਂਟ ਨੋ, ਬਟ ਇਸ ਟਾਈਮ ਜਦੋਂ ਇੰਨੀ ਮਹਿੰਗਾਈ ਹੋਈ ਉਦੋਂ ਕੋਈ ਬੰਦਾ ਨਹੀਂ ਬੋਲਿਆ, ਕਿਸੇ ਨੇ ਗਵਰਨਮੈਂਟ ਨੂੰ ਨਹੀਂ ਨਿੰਦਿਆ, ਕਿਸੇ ਨੇ ਗਲਤ ਨਹੀਂ ਬੋਲਿਆ, ਕਿਸੇ ਨੇ ਨਹੀਂ ਕਿਹਾ ਮਹਿੰਗਾਈ ਹੋ ਗਈ, ਪਿਆਜ਼ ਵੱਧ ਗਏ, ਪੈਟਰੋਲ ਵੱਧ ਗਿਆ, ਡੀਜ਼ਲ ਵੱਧ ਗਿਆ, ਫਲਾਈਟਸ 'ਚ ਇੰਨੀ ਦਿੱਕਤ ਆ ਰਹੀ ਹੈ, ਫਲਾਈਟਾਂ ਦਾ ਇੰਨਾ ਲੋਕਾਂ ਦੇ ਮੇਰੇ ਸਾਹਮਣੇ ਚੀਜ਼ਾਂ ਹੋਈਆਂ, ਲਾਸਟ ਮੂਮੈਂਟ ਤੇ ਲੋਕਾਂ ਦੇ ਪੈਸੇ ਉਹ ਹੋ ਰਿਹਾ, ਐਂਟਰਟੇਨਮੈਂਟ ਬਿਜ਼ਨਸ ਬੰਦ ਹੋ ਗਿਆ, ਕਿੰਨੀ ਸਾਰੀ ਫੈਕਟਰੀਜ਼ ਪੰਜਾਬ ਦੇ ਵਿੱਚ ਹੋਰ ਹੀ ਚੀਜ਼ਾਂ ਜਾਣ ਬੁੱਝ ਕੇ ਕ੍ਰੀਏਟ ਕਰਨੀਆਂ ਕੋਸ਼ਿਸ਼ ਕੀਤੀਆਂ ਗਈਆਂ, ਲੇਕਿਨ ਲੋਕਾਂ ਨੂੰ ਐਮਪਲੋਇਮੈਂਟ ਕਿਤੇ ਸੁਣਿਆ ਹੋਵੇ ਵੀ ਕੁਝ ਬਣੀ ਹੋਵੇ ਇਸ ਟਾਈਮ ਤੇ, ਜਾਂ ਕੋਈ ਐਸੀ ਚੀਜ਼ ਹੋਈ, ਲੋਕਾਂ ਦੇ ਬਿਜ਼ਨਸ ਦੇ ਵਿੱਚ ਵਾਧਾ ਨਹੀਂ ਹੋਇਆ। ਸੋ ਹੁਣ ਕਿਸਾਨ ਨੇ ਉਹ ਅਸੀਂ ਚੁੱਪ ਰਹਿ ਗਏ, ਕਿਸਾਨ ਨੇ ਉਹ ਨਹੀਂ ਚੁੱਪ ਰਹਿ ਸਕਦੇ, ਕਿਉਂਕਿ ਉਹਨਾਂ ਦੀ ਰੋਟੀ 7-8 ਮਹੀਨੇ ਮਿਹਨਤ ਕਰਨ ਤੋਂ ਬਾਅਦ, ਬਾਰਿਸ਼ਾਂ ਤੋਂ ਬਚਣ ਤੋਂ ਬਾਅਦ ਜੇ ਫਸਲ ਬਣਦੀ ਆ, ਫਿਰ ਇੱਕ ਉਮੀਦ ਹੁੰਦੀ ਆ ਵੀ ਇੰਨਾ ਪੈਸਾ ਆ ਜਾਊਗਾ। ਉਹ ਸਿਰਫ ਇੱਕ ਬੇਸਿਕ ਨੀਡ ਲਈ ਲੜ ਰਹੇ ਨੇ, ਲਗਜ਼ਰੀ ਲਾਈਫ ਵਾਸਤੇ ਨਹੀਂ ਲੜ ਰਹੇ। ਕੰਗਨਾ ਮੈਡਮ ਜਾਂ ਹੋਰ ਲੋਕ ਲੜ ਰਹੇ ਨੇ, ਉਹਨਾਂ ਕੋਲ BMW ਹੈਗੀਆਂ ਨੇ, ਉਹਨਾਂ ਕੋਲੇ ਪ੍ਰਾਪਰਟੀਜ਼ ਹੈਗੀਆਂ ਨੇ, ਉਹਨਾਂ ਦਾ ਵਨ ਆਫ ਦਾ ਹਾਊਸ ਜਿਹੜਾ ਉਹਨਾਂ ਦੇ ਹੋਰ ਘਰਾਂ ਤੋਂ ਇਲਾਵਾ ਟੁੱਟਿਆ ਸੀਗਾ, ਐਂਡ ਉਹਨਾਂ ਨੇ ਟਵੀਟ ਕੀਤਾ ਕਿ ਇਹ ਤਾਂ ਮੈਂ ਦੁਬਾਰਾ ਬਣਾ ਲੂੰਗੀ। ਮਤਲਬ ਪੋਸੀਬਿਲਿਟੀ ਸੀ, ਲੇਕਿਨ ਜਿਨ੍ਹਾਂ ਲੋਕਾਂ ਕੋਲੇ ਪੂਰਾ ਪੈਸਾ ਹੁੰਦਾ ਆ, ਉਹ ਲੋਕ ਨਹੀਂ ਵੇਟ ਕਰ ਸਕਦੇ, ਜਾਂ ਤਾਂ ਉਹ ਮਰ ਸਕਦੇ ਨੇ, ਜਾਂ ਤਾਂ ਫਿਰ ਉਹ ਕੁਝ ਹੋਰ ਉਹਨਾਂ ਕੋਲੇ ਰਾਸਤਾ ਨਹੀਂ ਬਚਦਾ। ਸੋ ਗਵਰਨਮੈਂਟ ਨੂੰ ਇਹ ਲੱਗਦਾ ਕਿ ਲੋਕ ਘਰਾਂ 'ਚ ਬੈਠੇ ਕਿਆ ਹੀ ਕਰ ਲੈਣਗੇ, ਕਿਆ ਹੀ ਬੋਲ ਲੈਣਗੇ, ਲੇਕਿਨ ਜਦੋਂ ਲੋਕ ਆਉਂਦੇ ਨੇ ਆਪਣੀ ਆਈ ਦੇ ਉੱਤੇ, ਉਦੋਂ ਲੋਕ ਹੀ ਸਰਕਾਰ ਸੁੱਟ ਸਕਦੇ ਨੇ। ਸੋ ਪੀਸਫੁਲੀ ਇਸ ਚੀਜ਼ ਦਾ ਹੱਲ ਕੱਢਣ, ਪੀਸਫੁਲੀ ਇਸ ਚੀਜ਼ ਦੇ ਉੱਤੇ ਆਉਣ, ਲੇਕਿਨ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਡਿਸਟਰੈਕਸ਼ਨ ਕ੍ਰੀਏਟ ਕਰ ਰਹੇ ਨੇ, ਉਹਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਬਿਲਕੁਲ ਵੀ ਨਹੀਂ ਦੇਣਾ ਚਾਹੀਦਾ। ਇਹਨਾਂ ਦੀਆਂ why are you talking about only ਪੰਜਾਬੀ ਕਿਸਾਨ? obviously ਪੂਰੇ ਦੇਸ਼ ਦੇ ਕਿਸਾਨ ਨੇ, ਬਟ ਬਹੁਤ ਲੋਕ ਇਹ ਚੀਜ਼ ਕਹਿ ਰਹੇ ਨੇ, ਔਰ ਇਹੀ ਇਹਨਾਂ ਨੂੰ ਲੂਪ ਹੋਲਸ ਕੱਢ ਰਹੇ ਨੇ ਵਿੱਚੋਂ। ਕਦੇ ਟੈਰਰਿਸਟ ਬੋਲ ਦਿੰਦੇ ਨੇ, ਕਦੇ ਕੁਛ ਬੋਲ ਦਿੰਦੇ ਨੇ, ਕਦੇ ਬਜ਼ੁਰਗ ਮਾਤਾ ਆ ਉਹਨਾਂ ਨੂੰ ਕਹਿ ਦਿੰਦੇ 100 ਰੁਪਏ ਤੇ ਆਉਂਦੀ ਆ, ਕਦੇ ਵੀ ਧਰਨਿਆਂ 'ਚ 100 ਰੁਪਏ ਲੈਂਦੀ ਆ, ਕਦੇ ਉੱਧਰ ਜਾਣ ਦੇ ਪੈਸੇ ਲੈਂਦੀ ਆ, ਜਾਣ ਬੁੱਝ ਕੇ ਟਵੀਟ ਕੀਤਾ ਜਾਂਦਾ ਹੈ। ਸੋ
ਫਿਲਹਾਲ ਤਾਂ ਖਾਲਿਸਤਾਨੀ ਔਰ ਟੈਰਰਿਸਟਾਂ ਦੀ ਗੱਲ ਹੋ ਰਹੀ ਆ, ਉਹਨਾਂ ਨੂੰ ਹੀ ਬਾਰ-ਬਾਰ, ਔਰ ਕਿੰਨੀ ਗਲਤ ਇਮੇਜ ਜਾ ਰਹੀ ਹੈ ਆਊਟ ਆਫ ਇੰਡੀਆ ਹੋਰ ਦੇਸ਼ਾਂ ਦੇ ਵਿੱਚ। ਇਹ ਚੀਜ਼ਾਂ ਬਾਹਰ ਨਹੀਂ ਜਾ ਰਹੀਆਂ ਹੋਣਗੀਆਂ, ਹੁਣ ਨਹੀਂ ਦੇਸ਼ ਦੀ ਇਮੇਜ ਖਰਾਬ ਹੋ ਰਹੀ, ਹੁਣ ਨਹੀਂ ਗਵਰਨਮੈਂਟ ਦੀ ਇਮੇਜ ਖਰਾਬ ਹੋ ਰਹੀ, ਜਿਹੜੇ ਆ ਕੇ ਇੰਨਾ ਕਿੰਨੇ ਲੋਕ ਹੱਸਦੇ ਹੋਣਗੇ ਵੀ ਕੀ ਇਹਨਾਂ ਦੇ ਹਾਲ ਨੇ। ਸੋ इज कंगना ट्राइंग टू एंटर इनटू पॉलिटिक्स? सो ਬਈ ਦੇਖੋ, ਪੋਲਿਟਿਕਸ ਕਦੇ ਕਿਸੇ ਦੀ ਨਹੀਂ ਬਣੀ। ਜੇ ਉਹਨੂੰ ਲੱਗ ਰਿਹਾ ਹੋਏਗਾ 10 ਟਵੀਟ ਕਰਕੇ 20 ਟਵੀਟ ਕਰਕੇ ਹਰ ਮੁੱਦੇ 'ਚ ਨੱਕ ਵਾੜਨ ਨਾਲੋਂ ਜੇ ਪੋਲਿਟਿਕਸ ਮਿਲ ਜੇਗੀ, ਲੋਕਾਂ ਤੋਂ ਹੀ ਵੋਟਾਂ ਨਾਲ ਜਿੱਤਣਾ ਹੁੰਦਾ। ਐਨੀਵੇਜ਼, ਅਗਰ ਕਿਸੇ ਤਰੀਕੇ ਜਿੱਤ ਵੀ ਜਾਂਦੇ ਨੇ, ਸੋ ਇਹ ਕਨਫਰਮ ਨਹੀਂ ਹੈਗਾ ਗਵਰਨਮੈਂਟ ਸੀਟ ਦਊਗੀ ਜਾਂ ਨਹੀਂ ਦਊਗੀ। ਸੋ ਉਹਦਾ ਪਰਸਨਲ ਮੈਟਰ ਆ ਵੀ ਉਹ ਕੀ ਕਰਨਾ ਚਾਹੁੰਦੀ ਆ, ਬਟ ਐਟ ਲੀਸਟ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਕਰੇ। ਮੇਰੀ ਕਿਸੇ ਟਾਈਮ ਨੋ ਡਾਊਟ ਐਜ਼ ਅ ਐਕਟਰ ਕਿਸੇ ਟਾਈਮ ਉਹ ਮੇਰੀ ਫੇਵਰੇਟ ਸੀ, ਬਟ ਆਪਾਂ ਉਹੀ ਕਹਿੰਦੇ ਆ ਵੀ ਇਨਸਾਨ ਕਿਹੋ ਜਿਹਾ ਆ, ਇਹ ਬਹੁਤ ਜ਼ਿਆਦਾ ਮੈਟਰ ਕਰਦਾ ਆ। ਉਹ ਆਪਣੇ ਲਈ ਉਹਦਾ ਪ੍ਰੋਫੈਸ਼ਨ ਵਧੀਆ ਹੋਗਾ, ਉਹ ਆਪਣੇ ਲਈ ਪੈਸਾ ਕਮਾਉਂਦੇ, ਲੇਕਿਨ ਦੂਜੇ ਕਿਵੇਂ ਪੈਸਾ ਕਮਾਉਣ ਜਾਂ ਦੂਜੇ ਕਿਵੇਂ ਆਪਣਾ ਸਰਵਾਈਵ ਕਰਨ, ਦੂਜੇ ਕਿਵੇਂ ਆਪਣੇ ਰੋਜ਼ ਦੀਆਂ ਮੁਸੀਬਤਾਂ ਨਾਲ ਲੜਨ, ਇਹ ਉਹ ਨਹੀਂ ਸਾਨੂੰ ਦੱਸ ਸਕਦੀ, ਜਾਂ ਇਹ ਉਹਦਾ ਰਾਈਟ ਨਹੀਂ ਹੈਗਾ। ਹਲੇ ਸਭ ਨੂੰ ਗੱਲ ਛੋਟੀ ਤਾਂ ਲੱਗ ਰਹੀ ਹੈ ਕਿਉਂਕਿ ਦੁਕਾਨਾਂ ਤੇ ਆਟਾ ਮਿਲੀ ਜਾਂਦਾ, ਦਾਲਾਂ ਮਿਲੀ ਜਾਂਦੀਆਂ ਨੇ, ਚਾਵਲ ਮਿਲੀ ਜਾਂਦੇ ਨੇ, ਸਭ ਕੁਝ ਮਿਲੀ ਜਾਂਦਾ, ਲੇਕਿਨ ਸਟਾਕ 'ਚ ਵੀ ਬੜੇ ਲੋਕਾਂ ਨੇ ਰੱਖਿਆ ਹੋਣਾ, ਉਹੀ ਬਲੈਕ ਕਰਨ ਲੱਗ ਪੈਣਗੇ, ਉਹੀ ਬਟ ਜਦੋਂ ਨਹੀਂ ਮਿਲੇਗਾ ਫਿਰ ਤਾਂ ਮੈਨੂੰ ਤਾਂ ਲੱਗਦਾ ਫਿਰ ਇੱਕੋ ਹੀ ਹੱਲ ਹੋਊਗਾ ਵੀ ਕਿਸਾਨ ਆਪਣਾ ਉਗਾ ਕੇ ਖਾ ਲੈਣ, ਬਾਕੀਆਂ ਦਾ ਬੰਦ ਕਰ ਦੇਣ। ਫਿਰ ਇਹਨਾਂ ਨੂੰ ਉਦੋਂ ਪਤਾ ਲੱਗੂਗਾ ਕਿ ਵੀ ਅੱਛਾ ਇਸ ਗੱਲ ਕਰਕੇ ਸਭ ਲੜ ਰਹੇ ਸੀਗੇ, ਇਸ ਗੱਲ ਕਰਕੇ ਆਪਣਾ ਰਾਈਟ ਮੰਗ ਰਹੇ ਸੀਗੇ। सो इतना स्टूपिड सवाल हर इंसान पूछता है, क्या आपकी फैमिली में कोई फार्मर है? आपको क्या पता किसानी के बारे में? क्यों रोटी नहीं खाते हो, खाना नहीं खाते हो? वो आता है तभी सो दुनिया में मिस पायल एंड मिस कंगना एंड whosoever it is, जितने भी लोग घूम रहे हैं वो अपनी खाने के लिए, रोटी के लिए, अपने परिवार वालों की रोटी के लिए भाग रहे हैं, और आज उसी रोटी पे लात मार के उसी रोटी को गंदा टेररिस्ट फार्मर को क्या बोलते खालिस्तानी बोल के उसको आप उसकी इंसल्ट कर रहे हो, अपमान कर रहे हो, तो मुझे नहीं लगता फिर आप खाना खाती होंगी। मैंने तो लगता है गूं ही खांदियां होंगियां। सो आई एम सो सॉरी फॉर दिस लैंग्वेज, बट यस ऐसे ही बोलना चाहिए इनको। सो दिस इज़ द ईजी वर्ड, हर इंसान को भड़काना हो, क्योंकि जो लोग सताए हुए होते हैं ना, उनको जब आप और कोई घटिया वर्ड बोल दो तो वो और तड़प जाते हैं और परेशान हो जाते हैं कि भाई हम सही हैं, हमें इतना गंदा क्यों बोला जा रहा है वो, और दिस इज ऑल साइकोलॉजिकली उनको प्रताड़ित करने के लिए, वर्ड लाइक उनको तंग करने के लिए। सो ये वर्ड्स जानबूझ के आप हर किसी के जो भी ये एंटी बोल रहे हैं उनके हर किसी के वर्ड्स ध्यान से सुनोगे तो उनकी बातें घूम घुमा के सेम ही हैं, उनकी बातें सेम लॉजिक, सेम स्टेटमेंट, सब कुछ सेम है। तो
वो जानबूझ के डिस्ट्रैक्शन क्रिएट कर रहे हैं, जानबूझ के। तो अभी आई एम श्योर कोई तीसरा चौथा बंदा और आएगा निकल के जो सेम बातें बोलेगा, तो इन पे ध्यान ही नहीं देना चाहिए। रंजीत बावा हैं हमारी इंडस्ट्री के, उनको ब्लॉक किया, मुझे ब्लॉक किया, बट दिलजीत को ब्लॉक नहीं किया, क्योंकि दिलजीत का कनेक्शन कहीं ना कहीं करण जौहर से था और उनको करण जौहर से बदला लेना है, और इसीलिए वो उनको ब्लॉक नहीं किया, उनको बार बार जवाब देती रही, उनके साथ बात करती रही। तो ये प्रॉपरली एजेंडा है और प्रॉपर उनका दिमाग यूज हो रहा है, प्रॉपर उनको भली भांति पता है कि किस बात पे बात करनी है और किससे बात करनी है। तो उन्होंने दिलजीत को प्रॉपर एक दिन ट्वीट पे ट्वीट किया और उसके बाद ऑल ऑफ सडन दिलजीत जी बन गए खालिस्तानी। सो ये प्रॉपर माइंड गेम्स खेलने वाली बात है। कि ਤੁਸੀਂ ਜਾਓਗੇ ਪ੍ਰੋਟੈਸਟ ਸਾਈਟ, ਯੈਸ ਮੈਂ ਆਲਵੇਜ਼ ਗਈ ਆ, ਜਿੱਥੇ ਜਿੱਥੇ ਜੋ ਹੁੰਦਾ ਹੈ, ਜਿੱਥੇ ਵੀ ਮੇਰੀ ਲੋੜ ਪਈ ਹੈ, ਚਾਹੇ ਥੋੜੀ ਕਰਾਂ ਚਾਹੇ ਵੱਧ ਕਰਾਂ, ਜਿੰਨੀ ਮੇਰੀ ਔਕਾਤ ਆ ਮੈਂ ਆਲਵੇਜ਼ ਕੋਸ਼ਿਸ਼ ਕੀਤੀ ਆ। ਹੁਣ ਵੀ ਬਹੁਤ ਸਾਰੇ ਆਪਣੇ ਇੰਡਸਟਰੀ ਦੇ ਲੋਕ ਹੈਗੇ ਆ, ਮੁੰਡੇ ਹੈਗੇ ਆ ਜਿੰਨੇ ਵੀ ਗਏ ਨੇ, ਸੋ ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ 2-4 ਦਿਨਾਂ 'ਚ ਜਦੋਂ ਵੀ ਮੈਂ ਵਾਪਸ ਆਨੀ ਆ। ਆਈ ਹੋਪ ਸੋ, ਰੱਬ ਨੂੰ ਅਰਦਾਸ ਆ ਕਿ ਉਦੋਂ ਤੱਕ ਨਾ ਹੀ ਰੁਕਣਾ ਪਵੇ ਸਭ ਨੂੰ, ਉਦੋਂ ਤੱਕ ਸਾਰੇ ਕੋਈ ਹੱਲ ਨਿਕਲ ਆਣ ਔਰ ਜਿੱਤ ਕੇ ਵਾਪਸ ਆਉਣ। ਕਈ ਲੋਕ ਇੰਨੀ ਲੌਜੀਕਲ ਗੱਲਾਂ ਕਰਦੇ ਨੇ ਨਾ, ਓ ਮਾਈ ਗॉड। मतलब जिस बात का किसी चीज से लेना देना नहीं है, किसानों ने ये कहा इसको मार देंगे उसको मार देंगे, सो बात कैसे कैसे पहुंच रही है ये मैटर करता है। दूसरी बात, किसान अगर इतना ही अगर कुछ करना होता अभी तक बहुत कुछ हो जाता, वो बड़े प्यार से अपने बच्चे छोटे छोटे गए हैं, बहुत लोग साथ गए हैं। तो ये जो यूजलेस बातें करके लोगों का ध्यान भटकाते हो और उनको भड़काते हो, ऐसी बातें, सबसे सेंसिटिव मुद्दा इंडिया में यही है कि ये वाली तीली लगाओ और लोगों को भड़का दो। तो जितने यंगस्टर्स हैं, जितने आज के पढ़े लिखे लोग हैं, उनको पता है कि हमें इन बातों से बिल्कुल भी प्रोवोक नहीं होना है, बिल्कुल भी इससे इफेक्ट नहीं होना चाहिए। तो जितने यंग हैं अभी के जो जनरेशन है उनको इजीली बातों में नहीं घुमा सकते, तो इन बातों की तरफ मत ही ध्यान दो तो ज्यादा अच्छा है। सो सी इतने ठंड में इतने यहाँ से सब लोग गए हैं, तो मेन मोटिव ये है कि गवर्नमेंट कोई ना कोई हल निकाले, क्योंकि जब तो उनकी मर्जी होती है तब तो सब लोग आ जाते हैं कि शाम की हम कोई भी चीज उनको लोगों को बतानी हो या लोग उनके अकॉर्डिंग ये चीज आज शाम को करें या कल सुबह करें, तो वो आके लोगों को बता देते हैं। लेकिन लोग जब बताना चाहें तो कैसे बताएं, क्योंकि प्रोटेक्शन है उनके पास, हम उनके घर तक में एंटर नहीं कर सकते, हम अपनी बात उन तक नहीं पहुंचा सकते। तो वोट देने का मतलब क्या हुआ? अगर सोशल मीडिया पे कुछ लोग आके अपने स्टेट के लिए, राइट नाउ मैं आई एम टॉकिंग अबाउट पंजाब, अगर अपने स्टेट के लिए वहां के सिलेब्स जिनके पास सोशल मीडिया का जरिया है, अगर हम उसके थ्रू बोलते हैं तो और लोग आ जाते हैं। तो राइट टू स्पीच के अकॉर्डिंग हमारे पास पूरा राइट है, अगर हमें कोई चीज पसंद नहीं आई तो हम बोल सकते हैं कि हमें ये चीज पसंद नहीं आई, इससे हमारा फायदा नुकसान है।
या हमें इससे ज़्यादा नुकसान होगा। वही कोई महाशय लिख रहे हैं, क्यों गए किसान वहां पे, घर पे बैठे हैं? तो मतलब आपको लगता है कि गवर्नमेंट आपके घर पे आके बात करती है आपसे? आपको लगता है कि वो आपकी बात सुनते? कौन सा किसान है जिसके पास ट्विटर या सोशल मीडिया है? कौन सा किसान है जिसके पास मीडिया जाके पूछता है कि आपको इस बिल से फायदा हुआ या नुकसान हुआ, या आपको इस ये अगर बिल में होता है या ये चीजें होती हैं तो एट द एंड में आपको कितनी मनी बचती है, या क्या श्योरिटी है आपके पास इतनी मनी आएगी? तो बात कैसे पहुंचाएं, कैसे गवर्नमेंट तक अपनी बात पहुंचाएं? नहीं तो बिल तो पास हो ही गया था, लोग बैठ जाते घर में। तो अगर अपनी बात पहुंचाने के लिए वहां तक गए हैं, अभी भी श्योरिटी दिल में आस लेके गए हैं कि वो आएंगे, बात करेंगे, या हमारा कुछ ना कुछ सुलझाएंगे, या कोई फायदा नुकसान की बात करेंगे, या इससे हमें कुछ तो हमारा वो हो, तो 9 to 5 जॉब वाले जिनके पास प्रॉपर मनी आती है, जिनके बिजनेस चल रहे हैं, जिनका है, लेकिन आज भाई आपकी रोटी बंद हो जाए। अपने बहुत सारे बच्चे मैसेज कर रहे हैं कमेंट, अपने पापा से पूछो आज जॉब चली जाएगी तो क्या खाएंगे आप लोग? खरीदने के भी पैसे नहीं होंगे। तो फिर इधर से उधर जब जॉब ढूंढने के लिए लोग भागते हैं, तो वैसे ही तो फार्मर कर रहे हैं, तो उसमें बुराई क्या हुई, उसमें बुरा क्या हुआ? Exactly. Ranveer is saying, एग्जैक्टली, लुक हुज टॉकिंग, जिनको यही नहीं पता कि रोटी गोल कैसे बनती है, और वो जाके अपनी मम्मी से पूछे घर का खर्चा कैसे चलता है, और वो मम्मी जब पापा से पैसे लेती हैं और पापा से पूछो कि वो हर महीने रोज सुबह उठ के सेम रूटीन फॉलो करके पैसे लेके आते हैं, और उससे फिर आटा आता है, रोटी आती है, उससे खाना खाते हो। और जिस दिन वो जॉब चली जाती है तो पापा फिर अलग अलग जॉब सेक्टर्स में जाके जॉब ढूंढेंगे, तो नहीं मिलती, तो फिर हर कोई इंसान अपने परिवार के लिए भाग रहा है, खाने के लिए भाग रहा है, और हम सब लोग रोटी के लिए भाग रहे हैं। ਵੈਸੇ ਵੱਡਿਆਈ ਕਿਉਂ? ਤੈਨੂੰ ਕੀ ਲੱਗਦਾ ਤੇਰੇ ਕੋਲ ਬਹੁਤ ਪੈਸਾ? ਓਨਲੀ ਕੋਜ਼ ਤੂੰ ਇੱਕ ਸਿੰਗਰ ਐਕਟਰ ਆ? ਹਾਂ ਹੈਗਾ ਮੇਰੇ ਕੋਲੇ ਪੈਸਾ, ਬਟ ਮੇਰੇ ਅੱਗੇ ਮੈਂ ਘਰ ਵੀ ਚਲਾਉਣੀ ਆ ਮੈਡਮ, ਤੁਹਾਡੇ ਵਾਂਗੂ ਮੈਂ ਆ ਕੇ ਫਾਲਤੂ ਦੇ ਕਮੈਂਟ ਨਹੀਂ ਕਰਦੀ ਆ। ਬੋਲਣਾ ਬੜਾ ਈਜ਼ੀ ਹੁੰਦਾ ਹੈ, ਮੇਰੇ ਥਰੂ 15 ਜਾਣਿਆਂ ਦਾ ਘਰ ਚੱਲਦਾ ਹੈ। ਔਰ ਜਦੋਂ ਅਸੀਂ ਰੋਟੀ ਕਮਾਉਣਾ ਹਰੇਕ ਤਰੀਕੇ ਨਾਲ ਔਖਾ ਹੁੰਦਾ ਹੈ, ਦੂਰੋਂ ਬਹੁਤ ਸੌਖਾ ਲੱਗਦਾ। ਸਾਡੇ ਵਰਗੇ ਜਦੋਂ 5-5 ਦਿਨ ਸੌਂਦੇ ਨਹੀਂ, ਔਰ ਜਦੋਂ ਫਿਰ ਉਹ ਪੈਸਾ ਆਉਂਦਾ ਹੈ, ਔਰ ਫਿਰ ਉਹੀ ਮੇਰੇ ਭਰਾ ਦੀ ਸਟੱਡੀ, ਮੇਰੇ ਘਰ ਦੀ ਰੋਟੀ, ਜਾਂ ਅੱਗੇ ਵਰਕਰ ਜਿੰਨੇ ਹੈਗੇ ਆ, ਮੇਰੇ ਥਰੂ 15 ਜਾਣਿਆਂ ਦੀ ਰੋਟੀ ਚੱਲਦੀ ਹੈ। ਸੋ ਆਪਣਾ ਮੂੰਹ ਬੰਦ ਹੀ ਰੱਖੋ। ਯੈਸ ਰਣਵੀਰ, ਸਭ ਕੋਲ ਗਵਰਨਮੈਂਟ ਜੌਬ ਨਹੀਂ ਨਾ ਹੁੰਦੀ ਜਿਨ੍ਹਾਂ ਕੋਲ ਗਵਰਨਮੈਂਟ ਜੌਬ ਹੁੰਦੀ ਹੈ, ਬਟ ਆਈ ਹਰਡ ਬਹੁਤ ਸਾਰੇ ਗਵਰਨਮੈਂਟ ਜੌਬ ਵਾਲੇ ਵੀ ਜਿਨ੍ਹਾਂ ਦੀ ਪੇਜ਼ ਨਹੀਂ ਆਈਆਂ ਇਸ ਸਾਲ। ਤਾਂ ਐਕਚੁਅਲੀ ਦੇਖਿਆ ਜਾਵੇ ਫਲਾਈਟਾਂ ਦੇ ਦਿਵਾਲੇ ਨਿਕਲ ਗਏ, ਪਾਇਲਟ ਵਿਹਲੇ ਹੋ ਗਏ, ਏਅਰ ਹੋਸਟੈਸਿਸ ਕੋਲ ਜੌਬ ਨਹੀਂ ਰਹੀ, ਫੈਕਟਰੀਜ਼ ਤੇ ਤਾਲੇ ਲੱਗ ਗਏ, ਸਮॉल स्केल इंडस्ट्रीज खत्म हो गई, मिडल स्केल इंडस्ट्रीज खत्म हो गई, बचियां सिर्फ वड्डियां फॉरन दियां या बहुत वड्डियां
ਸੋ ਟਰਾਂਸਪੋਰਟੇਸ਼ਨ ਦਾ ਕੰਮ ਘਟ ਗਿਆ ਬਿਕਾਜ਼ ਫੈਕਟਰੀਜ਼ ਤੋਂ ਅੱਗੇ ਲੋਕ, ਲੋਕਾਂ ਤੋਂ ਅੱਗੇ ਟਰੱਕ, ਟਰੱਕ ਤੋਂ ਅੱਗੇ ਟਰਾਂਸਪੋਰਟੇਸ਼ਨ। ਐਂਡ ਸਕੂਲ ਕਾਲਜਿਸ ਤੋਂ ਬੱਚੇ ਇੰਨੇ ਪੜ੍ਹ ਕੇ ਨਿਕਲ ਰਹੇ ਨੇ। ਯੂਨੀਵਰਸਿਟੀਜ਼ ਜਿਹੜੀਆਂ ਕਿ ਗਵਰਨਮੈਂਟ ਨੂੰ ਹੈਲਪ ਕਰਦੀਆਂ ਨੇ ਮਨੀ ਦੇਣ ਦੇ ਵਿੱਚ, ਬਾਕੀ ਜੌਬਸ ਕਿਤੇ ਨਹੀਂ ਹੈਗੀਆਂ। ਤਾਂ ਸਾਰੇ ਸੈਕਟਰਸ ਦਾ ਹੀ ਬੁਰਾ ਹਾਲ ਹੈ। ਜਿਨ੍ਹਾਂ ਨੇ ਖਾਣੇ ਰੋਜ਼ ਪੀਜ਼ਾ ਪਾਪਾ ਦੇ ਪੈਸਿਆਂ ਤੋਂ, ਉਹਨਾਂ ਨੂੰ ਕੀ ਪਤਾ ਰੋਟੀ ਪੀਜ਼ਾ ਵੀ ਆਟੇ ਤੋਂ ਹੀ ਬਣਦਾ ਆ, ਪੀਜ਼ਾ ਵੀ ਐਂ ਨਹੀਂ ਬਣਦਾ। ਸੋ ਆਲ ਰਾਈਟ, ਮੈਂ ਇਹੀ ਕਹਿਣਾ ਚਾਹੁੰਦੀ ਸੀ। ਮੈਂ ਇਕੱਲੇ ਸੈਲੇਬ੍ਰਿਟੀ ਨੂੰ ਮੈਸੇਜ ਕਰਦੀ, ਜਾਂ ਜਿੰਨੇ ਵੀ ਸਾਡੇ ਪੰਜਾਬੀ ਹੈਗੇ ਨੇ, ਆਪਾਂ ਬਹੁਤ ਜ਼ਿਆਦਾ ਇਮੋਸ਼ਨਲ ਆ, ਮੈਨੂੰ ਪਤਾ ਹੈ। ਐਂਡ ਮੈਂ ਤਰਸੇਮ ਜੱਸੜ ਜੀ ਨੂੰ ਰੋਂਦੇ ਵੇਖਿਆ, ਹੁੰਦਾ ਬੁਰਾ ਹਾਲ ਹੁੰਦਾ, ਪਤਾ ਆ, ਪਰ ਜਦੋਂ ਕੁਝ ਪਾਉਣਾ ਹੁੰਦਾ ਆ ਤਾਂ ਆਪਾਂ ਨੂੰ ਸਭ ਕੁਝ ਦੇਖਣਾ ਪੈਂਦਾ। ਆਪਾਂ ਸਾਰੇ ਯੰਗ ਬੱਚੇ ਜਿੰਨੇ ਵੀ ਹੈਗੇ ਆ, ਜਿੰਨੇ ਵੀ ਇਸ ਜਨਰੇਸ਼ਨ ਦੇ ਹੈਗੇ ਆ, ਆਪਾਂ ਆਰਟਿਸਟ ਹੈਗੇ ਆ, ਆਪਾਂ ਸਾਰੇ ਜਾਣੇ ਇੱਕ ਆ। ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਆਪਾਂ ਸਾਰੇ ਜਾਣੇ ਇਕੱਠੇ ਆ, ਕੋਈ ਛੋਟਾ ਵੱਡਾ ਨਹੀਂ, ਕੋਈ ਉਹ ਨਹੀਂ, ਸਾਰੇ ਜਾਣੇ ਧਰਨੇ 'ਚ ਬੈਠੇ ਨੇ ਜਾ ਕੇ। ਸੋ ਕਿਸੇ ਵੀ ਯੂਜ਼ਲੈਸ ਬੰਦੇ ਦੀ ਚੀਜ਼ ਤੋਂ ਡਿਸਟਰੈਕਟ ਨਹੀਂ ਹੋਣਾ ਹੈਗਾ, ਕਿਉਂਕਿ ਉਹ ਜਾਣ ਬੁੱਝ ਕੇ ਕੁਝ ਹੋਰ ਕਹਿਣਾ ਚਾਹ ਰਹੇ ਨੇ। ਉਹ ਹੋਰ ਹੀ ਮੁੱਦਾ ਭਟਕਾ ਰਹੇ ਨੇ, ਹੋਰ ਹੀ ਚੀਜ਼ਾਂ ਬੋਲ ਰਹੇ ਨੇ, ਔਰ ਮੀਡੀਆ ਨੇ ਚੱਕ ਕੇ ਉਹੀ ਚੀਜ਼ ਲਾ ਦੇਣੀ ਆ। ਸੋ ਆਪਾਂ ਉਹ ਚੀਜ਼ ਨਹੀਂ ਕਰਨੀ ਹੈਗੀ। ਸੋ ਐਵਰੀ ਟਾਈਮ ਗਵਰਨਮੈਂਟ ਕੋਈ ਡਿਸੀਜ਼ਨ ਲਵੇ, ਇਹ ਜ਼ਰੂਰੀ ਨਹੀਂ ਲੋਕ ਚੁੱਪ ਕਰਕੇ ਉਸ ਚੀਜ਼ ਨੂੰ ਸੁਣ ਲੈਣ ਔਰ ਫਿਰ ਕਹਿਣ ਕਿਆ ਹੀ ਕਰੀਏ, ਗਵਰਨਮੈਂਟ ਬੇਕਾਰ ਹੈ, ਸਾਡੀ ਤਾਂ ਲਾਈਫ ਹੀ ਖਰਾਬ ਹੈ, ਕਰਨਾ ਹੀ ਪੈਣਾ ਆ। ਸੋ ਜ਼ਰੂਰੀ ਨਹੀਂ ਐਵਰੀ ਟਾਈਮ ਸਾਰੇ ਲੋਕ ਚੁੱਪ ਬੈਠਣ। ਇਸ ਵਾਰੀ ਕਿਸਾਨ ਨਹੀਂ ਬੈਠੇ ਚੁੱਪ ਕਰਕੇ, ਉਹਨਾਂ ਨੂੰ ਲੱਗਿਆ ਵੀ ਹੁਣ ਹੱਲ ਹੀ ਨਹੀਂ ਕੋਈ, ਹੁਣ ਤਾਂ ਨਿਕਲਣਾ ਹੀ ਪੈਣਾ ਘਰੋਂ।